ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਸੋ ਕਹਾ ਟਲ ਗੁਰ ਸੇਵੀਆ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਆ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੰਦ ਸਾਹ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ, ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ, ਬੂੜਤੇ ਅਧਕਾਈ। ਰਾਮ ਸਿਮਰ ਰਾਮ ਸਿਮਰ, ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ, ਬੂੜਤੇ ਅਧਕਾਈ। ਰਹਾਉ ਬਨਤਾ ਸੁਤ ਦੇਹ ਗ੍ਰੇਹਾ, ਸੰਪਤ ਸੁਖਦਾਈ। ਇਨ ਮੈਂ ਕਛ ਨਾਹਿ ਤੇਰੋ, ਕਾਲ ਅਵਧ ਆਈ। ਅਜਾ ਮਲ ਗਜ ਗਨਕਾ, ਪਤਿਤ ਕਰਮ ਕੀਨੇ। ਤੇਉ ਉਤਰ ਪਾਰ ਪਾਰੀ, ਰਾਮ ਨਾਮ ਲੀਨੇ। ਸੂਕਰ ਕੂਕਰ ਜੋਨ ਭ੍ਰਮੇ, ਤਉ ਲਾਜ ਨਾ ਆਈ। ਰਾਮ ਨਾਮ ਛਾੜ ਅੰਮ੍ਰਿਤ, ਕਾਹੇ ਬੇਖ ਖਾਈ। ਤਜ ਭਰਮ ਕਰਮ ਬਿਦ ਨ ਖੇਦਾ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰਾ, ਰਾਮ ਕਰ ਸਨੇਹੀ।
ਤਜ ਭਰਮ ਕਰਮ ਬਿਦ ਨਖੇਦਾ RAM ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰਾ RAM ਕਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਅੰਤਰਜਾਮੀ ਸਰਬ ਸ਼ਕਤੀਆਂ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਰਾਮਦਾਸ ਜਿਨ ਸਿਰਿਆ ਤਿਨੈ ਸਵਾਰਿਆ। ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸੱਚਖੰਡ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤ ਵੇਲੇ ਹੁਕਮ ਆਏ ਹਨ। ਭਾਈ ਸਾਹਿਬ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਉਹ ਹੁਕਮ ਆਪ ਜੀ ਨੇ ਸਰਵਣ ਕੀਤੇ ਨੇ। ਪ੍ਰੇਮ ਔਰ ਸਤਿਕਾਰ ਸਮੇਤ ਗੁਰੂ ਕੀ ਬਾਣੀ ਦੀ ਅੰਮ੍ਰਿਤਮਈ ਪਾਵਨ ਕਥਾ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਅਤੇ ਲੜੀਵਾਰ ਕਥਾ ਪ੍ਰੇਮ ਨਾਲ ਆਪਾਂ ਸਰਵਣ ਕਰਾਂਗੇ। ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੋ। ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ। ਗੁਰੂ ਕੀ ਬਾਣੀ ਫਲ ਵੀ ਦਿੰਦੀ ਹੈ, ਸੁਖ ਵੀ ਦਿੰਦੀ ਹੈ। ਸੁੱਖਾਂ ਦੀ ਦਾਤੀ ਆ ਗੁਰੂ ਕੀ ਬਾਣੀ। ਜੇ ਗੁਰਬਾਣੀ ਸੁਖ ਦਿੰਦੀ ਹੈ ਫਿਰ ਗੁਰਸਿੱਖ ਤੇਰੀ ਭਟਕਣਾ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ। ਗੁਰੂ ਕੀ ਬਾਣੀ ਨਾਲ ਜੁੜ। ਹਜੂਰ ਦਾ ਪਾਵਨ ਬਚਨ ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਆਓ ਗੁਰੂ ਕੇ ਸਿੱਖੋ, ਸਤਿਗੁਰੂ ਦੇ ਤੁਸੀਂ ਪਿਆਰੇ ਹੋ। ਗੁਰੂ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਨੇ। ਤੁਸੀਂ ਗੁਰਬਾਣੀ ਗਾਓ, ਗੁਰਬਾਣੀ ਪੜ੍ਹਿਆ ਕਰੋ ਔਰ ਮਨ ਵਿੱਚ ਵਸਾਇਆ ਵੀ ਕਰੋ। ਕੇਵਲ ਬਾਣੀ ਪੜ੍ਹ ਕੇ ਹਿਰਦੇ ਵਿੱਚ ਨਾ ਵਸੀ ਤਾਂ ਉਹਨਾਂ ਫਲ ਨਹੀਂ ਪ੍ਰਾਪਤ ਹੋਣਾ। ਬਾਣੀ ਨੂੰ ਗਾਓ, ਹਿਰਦੇ ਵਿੱਚ ਵਸਾਓ। ਸੁਣਿਆ, ਮੰਨਿਆ, ਮਨ ਕੀਤਾ ਭਾਓ। ਪਹਿਲਾਂ ਸਰਵਣ ਕਰੋ, ਉਸ ਤੋਂ ਬਾਅਦ ਉਹਦਾ ਮੰਨਣ ਕਰੋ, ਫਿਰ ਮਨ ਵਿੱਚ ਭਾਵਨਾ ਹਿਰਦੇ ਵਿੱਚ ਵਸਾਓ। ਫਿਰ ਬਾਣੀ ਫਲ ਵੀ ਦਿੰਦੀ ਹੈ ਅਤੇ ਸੁੱਖ ਵੀ ਦਿੰਦੀ ਹੈ। ਦੁਨੀਆ ਵਿੱਚ ਕੋਈ ਇਹੋ ਜਿਹੀ ਵਸਤੂ ਨਹੀਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜ ਲੱਗਿਆਂ ਨਾ ਮਿਲਦੀ ਹੋਵੇ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਭੋਗ ਤੇ ਮੋਖ ਦੋਵੇਂ ਹੀ ਮਿਲਦੇ ਆ। ਇਸ ਘਰੋਂ ਸਭ ਕੁਝ ਇਹ ਪ੍ਰਾਪਤ ਹੁੰਦਾ ਹੈ। ਜੇ ਘਾਟ ਹੈ ਤੇ ਸਾਡੀ ਭਾਵਨਾ ਵਿੱਚ, ਸਾਡੇ ਅੰਦਰ ਕਮੀ ਆ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈ ਹੈ। ਸਤਿਗੁਰੂ ਤਾਂ ਸਦਾ ਹੀ ਦਿਆਲੂ ਨੇ, ਸਭਨਾਂ ਉੱਪਰ ਇੱਕੋ ਨਿਗਾਹ ਨਾਲ ਵੇਖਦੇ ਆ। ਪਰ ਭਾਵਨਾ ਨੂੰ ਭਾਗ ਲੱਗਣੇ। ਜਿਹਾ ਭਾਓ ਤੇਹਾ ਫਲ ਪਾਈਆ ਕਿਹਾ। ਜੋ ਜੀ ਕਿਸੇ ਦੀ ਭਾਵਨਾ ਹੈ ਉਸ ਭਾਵਨਾ ਨੂੰ ਭਾਗ ਉੱਦਾਂ ਦੇ ਹੀ ਲੱਗਣੇ ਆ। ਜਿੰਨੇ ਮੋਖ ਲੈਣਾ ਉਹਨੂੰ ਮੋਖ ਮਿਲਦਾ, ਜਿੰਨੇ ਭੋਗ ਲੈਣੇ, ਪਦਾਰਥ ਲੈਣੇ ਆ ਗੁਰੂ ਰਾਮਦਾਸ ਦੇ ਘਰੋਂ ਉਹ ਵੀ ਮਿਲ ਜਾਂਦੇ ਆ। ਕੋਈ ਕਮੀ ਨਹੀਂ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਘਾਟ ਕਿੱਥੇ ਹੈ ਬਈ? ਸਾਡੀ ਭਾਵਨਾ ਵਿੱਚ। ਅੰਦਰ ਘਾਟ ਹੈ, ਆਪਣੇ ਅੰਦਰ ਦੀ ਘਾਟ। ਸਤਿਗੁਰਾਂ ਦੇ ਵਿੱਚ ਕੋਈ ਘਾਟ ਨਹੀਂ, ਘਾਟਾਂ ਸਾਡੇ ਅੰਦਰ ਨੇ। ਆਪਣੇ ਅੰਦਰ ਦੀ ਕਮੀ ਸਿੱਖੋ, ਦੂਰ ਕਰ ਲਓ।
ਦ੍ਰਿੜ ਵਿਸ਼ਵਾਸ ਗੁਰੂ ਦੇ ਉੱਪਰ ਬਣ ਜਾਵੇ, ਫਿਰ ਗਰੀਬ ਨਿਵਾਜ ਪਾਤਸ਼ਾਹ ਸਭ ਕੁਝ ਗੁਰੂ ਸਾਹਿਬ ਦੇ ਘਰੋਂ ਪ੍ਰਾਪਤ ਹੁੰਦਾ ਹੈ। ਗਰੀਬ ਨਿਵਾਜ ਕਿਰਪਾਲੂ ਦਾਤਾ ਸ੍ਰੀ ਮੁਖਵਾਕ ਸਾਹਿਬ ਬਖਸ਼ਿਸ਼ ਕਰ ਰਹੇ ਨੇ। ਪ੍ਰੇਮ ਦੇ ਨਾਲ ਆਓ ਵਿਚਾਰ ਸਰਵਣ ਕਰੀਏ। ਸੁਰਤ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਜੋੜੋ। ਇੱਕ ਵਾਰ ਸਾਰੇ ਪ੍ਰੇਮ ਸਮੇਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਗਤਾਂ ਨੂੰ ਵੀ ਗੁਰਬਾਣੀ ਦੇ ਵਿੱਚ ਥਾਂ ਦਿੱਤਾ ਹੈ। ਜਿਹੜੇ ਭਗਤ ਗੁਰਮੁਖ ਨੇ ਔਰ ਪਰਮ ਪਿਤਾ ਪਰਮਾਤਮਾ ਦਾ ਰੂਪ ਸਰੂਪ ਹੀ ਬਣ ਗਏ ਨੇ, ਅਕਾਲ ਪੁਰਖ ਵਿੱਚ ਇਕਮਿਕ ਹੋ ਗਏ ਨੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵੇਖੈ ਸਮਾਏ। ਜਲ ਤੋਂ ਜਿਵੇਂ ਲਹਿਰਾਂ ਉਤਪੰਨ ਹੁੰਦੀਆਂ ਨੇ, ਪਾਣੀ ਵਿੱਚ ਉਹ ਲੀਨ ਹੋ ਜਾਂਦੀਆਂ ਨੇ, ਇਉਂ ਹੀ ਗੁਰਮੁਖ ਪ੍ਰਮਾਤਮਾ ਦੇ ਭੇਜੇ ਹੋਏ ਸਾਧ ਪਠਾਏ ਆਪ ਪ੍ਰਭ ਹਮ ਤੁਮ ਤੇ ਨਾਹੀ ਦੂਰ। ਭਗਤ ਜਨ ਗੁਰਮੁਖ ਤਤ ਵੇਤੇ ਤੀਵਰਤਮ ਬਰਾਗ। ਵਾਹਿਗੁਰੂ ਪਰਮੇਸ਼ਰ ਉਹਨਾਂ ਦੀਆਂ ਡਿਊਟੀਆਂ ਲਾ ਭੇਜ ਦਿੰਦੇ ਆ ਵੀ ਜਾਓ ਆਹ ਧਰਮ ਦੇ ਕਰਮ ਕਰਨੇ ਆ। ਉਹਦੇ ਤੋਂ ਬਾਅਦ ਉਹ ਆਪਣੀ ਸਵੈ ਇੱਛਾ ਅਨੁਸਾਰ ਦੁਨੀਆ ਤੋਂ ਕੂਚ ਵੀ ਕਰ। ਭਗਤਾਂ ਨੂੰ ਬਹੁਤ ਵੱਡਾ ਮਾਣ ਹੋਇਆ ਤੇ ਭਗਤਾਂ ਵਿੱਚ ਭਗਤ ਕਬੀਰ ਸਾਹਿਬ ਜੀ ਅਨੰਨ ਭਗਤ ਨੇ ਸੱਚੇ ਪਾਤਸ਼ਾਹ ਜੀ ਦੇ। ਕਬੀਰ ਸਾਹਿਬ ਜੀ ਦੇ ਪਾਵਨ ਬਾਣੀ ਦੇ ਇਹ ਸ਼ਬਦ ਧਨਾਸਰੀ ਰਾਗਨੀ ਦੇ ਅੰਦਰ ਪਾਤਸ਼ਾਹ ਨੇ ਕਿਰਪਾ ਕੀਤੀ ਆ। ਇਹ ਪੰਜਵਾਂ ਸ਼ਬਦ ਹੈ, 692 ਅੰਗ ਦੇ ਉੱਪਰ ਅੱਜ ਸ੍ਰੀ ਮੁਖਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਆ। ਪ੍ਰੇਰਨਾ ਕਰਦੇ ਹਨ, ਹੇ ਭਾਈ ਰਮੇ ਹੋਏ ਰਾਮ ਨੂੰ, ਕਿਉਂਕਿ ਰਾਮ ਜਿਹੜਾ ਸ਼ਬਦ ਹੈ ਇਹਦੇ ਗੁਰਬਾਣੀ ਦੇ ਕੋਸ਼ ਅਨੁਸਾਰ ਰਮਿਆ ਹੋਇਆ ਪਰਮੇਸ਼ਰ। ਰਾਮ ਰਮਨਤੀ ਜਾਣੀ ਆ, ਜਿਹਨੂੰ ਆਪਾਂ ਕਹਿੰਦੇ ਆ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਰਚਨਾ ਵਿੱਚ ਕਹਿੰਦੇ ਨੇ, ਹੇ ਭਾਈ ਪਰਮ ਪਿਤਾ ਪਰਮਾਤਮਾ ਜਮੀ ਜਮਾਨ ਕੇ ਵੇਖੈ ਸਮਾਸਤ ਏਕ ਜੋਤ ਹੈ। ਨਾ ਬਾਦ ਹੈ ਨਾ ਘਾਟ ਹੈ, ਨਾ ਬਾਦ ਘਾਟ ਹੋਤ ਹੈ। ਕੁੱਲ ਕਾਇਨਾਤ ਵਿੱਚ ਇੱਕੋ ਹੀ ਜੋਤ ਸਮਾਈ ਹੋਈ ਆ। ਸਾਰਿਆਂ ਦੇ ਵਿੱਚ, ਤੁਹਾਡੇ ਵਿੱਚ, ਜੀਆਂ ਜੰਤੂਆਂ ਵਿੱਚ 84 ਲੱਖ ਜੂਨਾਂ ਨੇ, ਸਭਨਾਂ ਵਿੱਚ ਇੱਕੋ ਹੀ ਪਰਮ ਪਿਤਾ ਪਰਮਾਤਮਾ ਦੀ ਜੋਤ ਹੈ। ਸਭ ਜੋਤ ਤੇਰੀ ਪਸਰ ਰਹੀ। ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਕਲਮਾਤੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਘਟਾਂ ਘਟਾਂ ਵਿੱਚ, ਹਿਰਦਿਆਂ ਵਿੱਚ ਰਾਮ ਪਰਮਾਤਮਾ ਵਾਹਿਗੁਰੂ ਸਮਾਇਆ ਹੋਇਆ। ਪ੍ਰੇਰਨਾ ਕਰਦੇ ਨੇ, ਹੇ ਭਾਈ ਪ੍ਰਾਣਾ ਧਾਰੀ ਜੀਵ, ਗੁਰੂ ਵੱਲ ਜਿਨੇ ਮੁਖ ਕੀਤਾ ਗੁਰਮੁਖਾ ਸਿਮਰਨ ਕਰ। ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਏਗਾ। ਜੇ ਤੂੰ ਹੁਣ ਨਹੀਂ ਜਪੇਂਗਾ ਤੇ ਜਪਣਾ ਕਦੋਂ ਹੈ? ਮਾਨਸ ਜਨਮ ਅਮੋਲਕ ਮਿਲਿਆ, ਵਿਰਥਾ ਕਾਹੇ ਗਵਾਓ।
ਸਵਾਲ ਖੜਾ ਕੀਤਾ ਹੈ, ਮਨੁੱਖਾ ਜਨਮ ਬੜਾ ਹੀ ਅਮੋਲਕ ਮਿਲਿਆ ਹੋਇਆ, ਇਹਨੂੰ ਫਿਰ ਕਿਉਂ ਵਿਅਰਥ ਗਵਾ ਰਹੇ ਆ। ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋ ਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਬੀਤ ਜੈ ਹੈ ਜਨਮ ਅਕਾਜ ਰੇ। ਇਹ ਜਨਮ ਵਿਅਰਥ ਬੀਤਦਾ ਜਾ ਰਿਹਾ, ਇਹ ਜਨਮ ਵਿਅਰਥ ਬੀਤ ਰਿਹਾ, ਫਿਰ ਕਿਉਂ ਨਹੀਂ ਪ੍ਰਮਾਤਮਾ ਦਾ ਨਾਮ ਜਪਦਾ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜੇ ਹੁਣ ਨਹੀਂ ਜੇ ਜਪਦਾ ਭਰਾਵਾ, ਅੰਤ ਹੀ ਆਉਣਾ ਤੇ ਫਿਰ ਜਪਿਆ ਨਹੀਂ ਜਾਣਾ। ਤਾਂ ਕਰਕੇ ਰਮੇ ਹੋਏ ਰਾਮ ਰਮਨਤੀ ਜਾਣੀਐ, ਐਸੇ ਪ੍ਰਮਾਤਮਾ ਪਰਵਿਤਗਾਰ ਕਿਰਤਗਾਰ ਦਾ ਭਜਨ ਕਰ, ਸਿਮਰਨ ਕਰ। ਇੱਥੇ 3 ਵਾਰੀ ਸ਼ਬਦ ਆਇਆ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਤੇ ਸੰਪਰਦਾਵਾਂ ਵਿੱਚ ਅਰਥ ਇਹਦੇ ਇਸ ਤਰ੍ਹਾਂ ਸਾਨੂੰ ਪੜ੍ਹਾਏ ਜਾਂਦੇ, ਰਾਮ ਦਾ ਸਿਮਰਨ ਕਰ, ਰਾਮ ਦਾ ਸਿਮਰਨ ਮਨ ਕਰਕੇ ਕਰਿਆ ਕਰ, ਰਾਮ ਦਾ ਸਿਮਰਨ ਤਨ ਕਰਕੇ ਕਰਿਆ ਕਰ, ਰਾਮ ਦਾ ਸਿਮਰਨ ਬਾਣੀ ਕਰਕੇ ਵੀ ਕਰਿਆ ਕਰ। ਸਿਮਰਨ ਕਰਨਾ, ਆਤਮਕ ਚਿੰਤਨ ਯਾਦ ਬਣਾਉਣੀ ਹੈ ਹਿਰਦੇ ਦੇ ਵਿੱਚ। ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਠੀਕ ਹੈ, ਤੂੰ ਕਿਰਤੀ ਆ, 10 ਨੌਆਂ ਦੀ ਕਿਰਤ ਕਰਨ ਦਾ ਹੁਕਮ ਹੈ ਪਾਤਸ਼ਾਹ ਦਾ, ਤੂੰ ਕਿਰਤ ਕਰ ਆਪਣੀ, ਪਰ ਕਿਰਤ ਕਰਦਿਆਂ ਹੋਇਆਂ ਪ੍ਰਮਾਤਮਾ ਨੂੰ ਭੁਲਾਈ ਕਦੇ ਨਾ। ਹਰ ਇੱਕ ਇਨਸਾਨ ਚਾਹੁੰਦਾ ਵੀ ਮੇਰਾ ਘਰ ਬਣ ਜਾਵੇ, ਸੋਹਣਾ ਮਕਾਨ ਮੈਂ ਪਾ ਲਵਾਂ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਮਕਾਨ ਤੂੰ ਬਣਾ ਲੈ। ਇੱਕੋ ਗੱਲ ਹੈ ਵੀ ਸੋਹਣੇ ਮਕਾਨ 'ਚ ਰਹਿਣ ਵਾਲਿਆ ਪ੍ਰਮਾਤਮਾ ਦੀ ਯਾਦ ਨਾ ਭੁਲਾਈ। ਕਲਗੀਧਰ ਦਸ਼ਮੇਸ਼ ਪਿਤਾ ਮਾਛੀਵਾੜੇ ਦੇ ਜੰਗਲ ਦੇ ਵਿੱਚ 6 ਪੋਹ ਨੂੰ ਆਨੰਦਪੁਰ ਸਾਹਿਬ ਛੱਡਿਆ। 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਸਰਸਾ ਨਦੀ ਦਾ ਕਿਨਾਰਾ ਸਾਨੂੰ ਸੁਚੇਤ ਕਰਦਾ ਵੀ ਆਪਣਾ ਨਿਤਨੇਮ ਨਹੀਂ ਖੁੰਝਣ ਦੇਣਾ। ਧੰਨ ਕਲਗੀਧਰ ਪਾਤਸ਼ਾਹ ਜੀ ਨੇ ਨਿਤਨੇਮ ਕੀਤਾ, ਜਪਜੀ ਦਾ ਪਾਠ ਉੱਥੇ ਕੀਤਾ। ਜੋਗੀ ਅੱਲਾ ਯਾਰ ਖਾਂ ਜੀ ਨੇ ਕਿਹਾ, ਜਪਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ। ਅੰਮ੍ਰਿਤ ਵੇਲਾ ਪੜ੍ਹ ਕੇ ਗੁਰੂ ਗ੍ਰੰਥ ਪੜ੍ਹਨਾ ਜ਼ਰੂਰ ਥਾ। ਬਾਣੀ ਪੜ੍ਹ ਕੇ ਰੂਹਾਨੀਅਤ ਨੂੰ ਬਲ ਪ੍ਰਾਪਤ ਹੋਣਾ। ਆਸਾ ਜੀ ਦੀ ਵਾਰ ਦਾ ਕੀਰਤਨ ਵੀ ਕੀਤਾ। ਇੱਕ ਪ੍ਰੇਰਣਾ ਹੈ ਵੀ ਇੱਥੇ ਸਿਚੁਏਸ਼ਨ ਭਾਵੇਂ ਕਿਹੋ ਜਿਹੀ ਬਣ ਜਾਵੇ, ਅੜਚਣ ਭਾਵੇਂ ਕਿੱਡੀ ਵੱਡੀ ਆਵੇ, ਸਿਖਾ ਇੱਕੋ ਇੱਕ ਅਰਦਾਸ ਕਰੀ, ਪਾਤਸ਼ਾਹ ਮੇਰਾ ਨਿਤਨੇਮ ਨਾ ਕਿਤੇ ਖੁੰਝ ਜਾਵੇ। ਅੱਜ ਸਾਡੇ ਵਿੱਚ ਬਹੁਤ ਵੱਡੀ ਘਾਟ ਹੈ। 3 ਦਾਤਾਂ ਬੜੀਆਂ ਔਖੀਆਂ ਸਾਨੂੰ ਪ੍ਰਾਪਤ ਹੋਈਆਂ ਸੀ। ਅੰਮ੍ਰਿਤ ਵੇਲਾ ਜਿਹੜਾ ਅਸੀਂ ਤਕਰੀਬਨ ਖੁੰਝਾ ਦਿੱਤਾ। ਹਰ ਤਨ ਅੰਮ੍ਰਿਤ ਵੇਲੇ ਬੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਿਖੁਟੈ ਨਾਹੀ। ਅੰਮ੍ਰਿਤ ਵੇਲਾ ਸੰਭਾਲਿਆ ਕਰੀਏ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦਾ ਉੱਠਣਾ ਜ਼ਰੂਰੀ ਹੈ, ਲਾਜ਼ਮੀ ਹੈ। ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਸਾਹਿਬ ਨੇ, ਭਾਈ ਸਾਹਿਬ ਕਹਿੰਦੇ ਪਿਛਲ ਰਾਤੀ ਜਾਗਣਾ, ਨਾਮਦਾਨ ਇਸ਼ਨਾਨ ਦਿੜਾਏ। ਪਿਛਲ ਰਾਤੀ, ਰਾਤ ਦੇ ਪਿਛਲੇ ਪਹਿਰ ਜਾਗਣਾ। 3 ਘੰਟਿਆਂ ਦਾ ਇੱਕ ਪਹਿਰ ਹੁੰਦਾ, ਰਾਤ ਵਿੱਚ 4 ਪਹਿਰ ਨੇ। 3 ਪਹਿਰ ਜਿਸ ਵੇਲੇ ਲੰਘ ਜਾਣ, ਚੌਥੇ ਪਹਿਰ ਤੂੰ ਸੁੱਤਾ ਨਾ ਰਹਿ ਜੀ। ਨੀਂਦ ਦੇ ਨਾਲ ਉਸ ਵੇਲੇ ਪਿਆਰ ਨਾ ਪਾਈ, ਰਜਾਈਆਂ ਦੇ ਨਿੱਘ ਨਾਲ ਉਸ ਵੇਲੇ ਪਿਆਰ ਨਾ ਪਾਈ। ਕਲਗੀਧਰ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਵੀ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ। ਪਰਿਵਾਰ ਇੱਥੇ ਵਿਛੜ ਗਿਆ।
3 ਹਿੱਸੇ ਵਿੱਚ ਪਰਿਵਾਰ ਵੰਡ ਹੋ ਗਿਆ। ਸਰਸਾ ਨਦੀ ਪਾਰ ਕੀਤੀ ਆ। ਕਲਗੀਧਰ ਪਾਤਸ਼ਾਹ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਨਾਲ 2 ਵੱਡੇ ਫਰਜ਼ੰਦ, 5 ਪਿਆਰੇ ਸਾਹਿਬਾਨ ਅਤੇ ਗਿਣਤੀ ਦੇ ਸਿੰਘ ਨਾਲ ਰਹਿ ਗਏ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਦੇਵਾ ਕੌਰ, ਭਾਈ ਮਣੀ ਸਿੰਘ ਸਾਹਿਬ ਦੇ ਨਾਲ, ਧੰਨਾ ਸਿੰਘ ਜਵਾਹਰ ਸਿੰਘ ਦੇ ਨਾਲ, ਇਹ ਵੀ ਵਿਛੜੇ ਨੇ। ਰਾਤ ਰੋਪੜ ਕੱਟੀ ਹੈ ਤੇ ਦਿੱਲੀ ਨੂੰ ਕੂਚ ਕਰ ਗਏ ਨੇ। ਬਜ਼ੁਰਗ ਮਾਤਾ ਗੁਜਰ ਕੌਰ ਜੀ ਔਰ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਇਹ ਦੋਨੋਂ ਲਾਲ ਗੁਰੂ ਜੀ ਦੇ ਤੇ ਮਾਤਾ ਜੀ ਵੀ ਵਿਛੜ ਗਏ ਨੇ ਸਰਸਾ ਤੋਂ। ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਬੂਰ ਮਾਜਰੇ ਬਾਹਮਣ ਮਾਜਰੇ ਹੁੰਦਿਆਂ ਚਮਕੌਰ ਸਾਹਿਬ ਦੀ ਗੜੀ 8 ਪੋਹ ਨੂੰ ਜੰਗ ਕੀਤਾ। 7 ਪੋਹ ਚੱਲਦੇ ਰਹੇ। 7 ਪੋਹ ਦੀ ਸ਼ਾਮ ਨੂੰ ਰਾਤ ਰੁਕੇ। 8 ਪੋਹ ਦਾ ਘਮਸਾਨ ਦਾ ਜੰਗ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸ਼ਹੀਦੀਆਂ ਪ੍ਰਾਪਤ ਕਰ ਗਏ। 5 ਪਿਆਰਿਆਂ ਵਿੱਚੋਂ 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਦੀ ਸ਼ਹਾਦਤ ਹੋ ਗਈ ਹੈ। ਨਾਲ ਦੇ ਸਾਥੀ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ। 8 ਕੁ ਸਿੰਘ ਹੀ ਰਹਿ ਗਏ ਨੇ। ਉਹਨਾਂ ਵਿੱਚ ਸੰਤ ਸਿੰਘ, ਸੰਗਤ ਸਿੰਘ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਤੇ ਇਸੇ ਤਰ੍ਹਾਂ ਮਦਨ ਸਿੰਘ, ਕਾਠਾ ਸਿੰਘ ਤੇ ਸੰਤੋਖ ਸਿੰਘ, 8 ਕੁ ਸਿੰਘ ਰਹਿ ਗਏ। ਇਹਨਾਂ ਨੇ ਕਿਹਾ ਪਾਤਸ਼ਾਹ ਚਮਕੌਰ ਸਾਹਿਬ ਦੀ ਗੜੀ ਛੱਡ ਆਪ ਚਲੇ ਜਾਓ। ਉਸ ਵੇਲੇ ਪੈਰਾਂ ਦਾ ਜੋੜਾ ਵੀ ਲਾ ਲਿਆ। ਕਲਗੀਧਰ ਪਾਤਸ਼ਾਹ ਨਾ ਮਖਮਲੀ ਜੋੜਾ, ਨਾ ਸਿਰ ਤੇ ਤਾਜ, ਨਾ ਹੱਥ ਵਿੱਚ ਬਾਜ, ਨਾ ਹੇਠ ਨੀਲਾ ਘੋੜਾ ਤੇ ਨਾ ਪੈਰਾਂ 'ਚ ਮਖਮਲੀ ਜੋੜਾ, ਕੁਝ ਵੀ ਨਹੀਂ। ਸਭ ਕੁਝ ਆਪਣੇ ਪੰਥ ਨੂੰ ਇੱਥੇ ਦੇ। ਪਾਤਸ਼ਾਹ ਜੀ ਨੰਗੇ ਪੈਰੀ ਇੱਥੋਂ ਚੱਲਦਿਆਂ ਮਾਛੀਵਾੜਾ ਸਾਹਿਬ ਪਹੁੰਚੇ ਨੇ। ਚਰਨ ਕਮਲ ਸਾਹਿਬ ਸਥਾਨ ਹੈ ਜੀ। ਇੱਥੇ ਇੱਕ ਜੰਡ ਦੇ ਥੱਲੇ ਕਲਗੀਆਂ ਵਾਲੇ ਬਾਪੂ ਜੀ ਆਰਾਮ ਕਰਨ ਲੱਗੇ ਹਨ। ਟਿੰਡ ਦਾ ਸਿਰਹਾਣਾ ਲਾਇਆ। ਖੂਹ ਦੀਆਂ ਟਿੰਡਾਂ ਹੁੰਦੀਆਂ ਨੇ ਜਿਨ੍ਹਾਂ ਦਾ ਪਾਣੀ ਬਾਹਰ ਨੂੰ ਨਿਕਲਦਾ। ਟਿੰਡ ਦਾ ਸਿਰਹਾਣਾ ਲਾਇਆ। ਸ਼ਮਸ਼ੀਰ ਗਲ ਦੇ ਨਾਲ ਲਾਈ ਹੋਈ ਹੈ। ਯਾਦ ਆਈ ਮਾਲਕ ਦੀ ਤੇ ਖਿਆਲ ਆਇਆ ਤੇ ਆਖਿਆ ਖਿਆਲ ਪਾਤਸ਼ਾਹੀ 10ਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪਿਆਰੇ ਮਿੱਤਰ ਵਾਹਿਗੁਰੂ ਨੂੰ ਮੁਰੀਦ ਦਾ ਹਾਲ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਮੇਰੇ ਮਾਲਿਕ ਤੇਰੇ ਤੋਂ ਬਿਨਾਂ ਇਹ ਰਜਾਈਆਂ ਦਾ ਨਿਗ ਵੀ ਬਿਮਾਰੀਆਂ ਹੀ ਨੇ। ਜਿਨ੍ਹਾਂ ਰਜਾਈਆਂ ਵਿੱਚ ਮਾਲਕ ਦੀ, ਜਿਨ੍ਹਾਂ ਘਰਾਂ ਵਿੱਚ ਮਾਲਕ ਦੀ ਯਾਦ ਨਹੀਂ, ਉਹਨਾਂ ਨੂੰ ਤੇ ਹਜੂਰ ਕਹਿੰਦੇ ਉਹ ਘਰ ਹੀ ਨਹੀਂ, ਉਹ ਤਾਂ ਉੱਜੜ ਜਾਣੇ। ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਤੇਰੇ ਤੋਂ, ਤੇਰੀ ਯਾਦ ਤੋਂ ਬਿਨਾਂ ਤੇ ਇਹ ਨਿਗ ਵੀ ਪਾਤਸ਼ਾਹ, ਰਜਾਈਆਂ ਉੱਡਣੀਆਂ ਵੀ ਰੋਗ ਹੀ ਨੇ। ਇਹ ਘਰਾਂ ਦੇ ਵਿੱਚ ਵਸਣਾ ਵੀ ਕਹਿੰਦੇ ਨਾਗਾਂ ਵਿੱਚੇ ਵਾਸਾ ਕਰਨਾ। ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਇਹ ਸੁਰਾਹੀਆਂ ਸੂਲ ਨੇ, ਇਹ ਪਿਆਲੇ ਖੰਜਰ ਨੇ, ਕਸਾਈਆਂ ਦੇ ਛੁਰੇ ਸਹਾਰਨੇ, ਬਿੰਗ ਸਹਾਰਨੇ ਪੈ ਰਹੇ ਨੇ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਉਸ ਮਾਲਕ ਦੀ ਯਾਦ ਵਿੱਚ ਭਾਵੇਂ ਭੁੰਜੇ ਆਸਨ, ਫਿਰ ਵੀ ਤੇਰਾ ਸ਼ੁਕਰਾਨਾ ਹੈ ਪਾਤਸ਼ਾਹ। ਫਿਰ ਵੀ ਨਿਤਨੇਮ ਨਹੀਂ, ਉਸ ਮਾਲਕ ਦੀ ਯਾਦ ਨਹੀਂ ਵਿਛੜਦੀ ਪਈ। ਤੂੰ ਆਲੋਸਨ ਘਰ ਬਣਾ ਲਈ, ਘਰ ਦੇ ਵਿੱਚ ਮਾਲਕ ਦੀ ਯਾਦ ਜ਼ਰੂਰ ਬਣਾਈ। ਮੋਤੀਆਂ ਦਾ ਘਰ ਬਣਾ ਲਈ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੰਗੂ ਅਗਰ ਚੰਦਨ, ਲੀਪ ਆਵੇ ਚਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੇ ਨਾ। ਸੋਹਣਾ ਆਲੋਸਨ ਬੰਗਲਾ ਵੇਖ, ਭੁੱਲ ਨਾ ਜਾਈ ਮਾਲਕ ਵਾਹਿਗੁਰੂ ਨੂੰ। ਮਾਲਕ ਦਾ ਕਿਤੇ ਨਾਮ ਨਾ ਭੁੱਲ ਜਾਵੇ। ਰਾਮ ਦਾ ਸਿਮਰਨ ਮਨ ਬਾਣੀ ਸਰੀਰ ਕਰਕੇ ਕਰਿਆ ਕਰ। ਆਤਮ ਚਿੰਤਨ ਯਾਦ ਵਿੱਚ ਵਾਹਿਗੁਰੂ ਨੂੰ ਵਸਾ। ਬੈਖਰੀ ਬਾਣੀ ਦੁਆਰਾ, ਮਧਮਾ ਬਾਣੀ ਦੁਆਰਾ, ਪਸੰਤੀ ਬਾਣੀ ਦੁਆਰਾ, ਪਰਾ ਬਾਣੀ ਦੁਆਰਾ ਚਿੰਤਨ ਕਰਿਆ ਕਰ, ਯਾਦ ਕਰਿਆ ਕਰ। ਪਰਮੇਸ਼ਰ ਦਾ ਸਿਮਰਨ ਕਰ।
RAM ਨਾਮ ਸਿਮਰਨ ਬਿਨਾ ਹਾਂ, ਜੇ ਵਾਹਿਗੁਰੂ ਪਰਮੇਸ਼ਰ ਰਾਮ ਦਾ ਨਾਮ ਨਹੀਂ ਜਪਦਾ, ਸਿਮਰਨ ਨਹੀਂ ਜੇ ਕਰਦਾ, ਤੇ ਸਿਮਰਨ ਤੋਂ ਜੋ ਬਿਨਾ ਹਨ, ਬੂੜ ਤੇ ਅਧਿਕਾਈ ਅਧਿਕਾਈ ਭਾਵੇਂ ਦੁਨੀਆ 'ਚ ਤਾਂ ਰਾਜੇ ਪਦਵੀ ਦੇ ਉੱਤੇ ਹੀ ਕਿਉਂ ਨਾ ਬੈਠਾ ਹੋਵੇ, ਅਧਿਕ ਤੋਂ ਅਧਿਕ ਕਿਉਂ ਨਾ ਹੋਣ, ਬੂੜ ਤੇ ਡੋਬੇ ਗਏ ਨੇ, ਸਿਮਰਨ ਭਜਨ ਤੋਂ ਬਿਨਾ ਡੁੱਬੇ ਹੀ ਗਏ ਨੇ। ਇਹ ਸੰਸਾਰ 'ਚ ਹੀ ਗੋਤੇ ਆਉਂਦੇ ਆ। ਜਗਤ ਸਮੁੰਦਰ ਕਿਆ। ਮੇਰੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਕਥਾਵਾਚਕ ਇਸੇ ਮੰਜੀ ਸਾਹਿਬ ਸਥਾਨ ਦੇ, ਜਦੋਂ ਅਸੀਂ ਨਿੱਕੇ ਹੁੰਦਿਆਂ ਉਹਨਾਂ ਕੋਲ ਪੜ੍ਹਦੇ ਹੁੰਦੇ ਸੀ ਤਾਂ ਪੜ੍ਹਾਉਂਦੇ ਨਾਲ ਨਾਲ ਕੰਠ ਬਹੁਤ ਕਰਾਉਂਦੇ ਹੁੰਦੇ ਸੀਗੇ। ਇੱਕ ਬੜਾ ਪਿਆਰਾ ਸ਼ਬਦ ਉਹਨਾਂ ਯਾਦ ਕਰਾਇਆ ਸ਼ਾਸਤਰ ਵਿੱਚ, ਜਗ ਸਮੁੰਦ ਆ ਸਕਤ ਜਲ, ਕਾਮਾਦਿਕ ਬਹੁ ਜੰਤ, ਭਵਰ ਭਰਮ ਤਾਮੈ ਫਿਰੈ, ਦੁਖ ਸੁਖ ਲਹਿਰ ਅਨੰਤ, ਚਿੰਤਾ ਬੜਵਾ ਅਗਨ ਜੇ, ਤ੍ਰਿਸ਼ਨਾ ਪਰਬਲ ਸਮੀਰ, ਜੇ ਜਹਾਜ ਤਾਮੈ ਪਰਿਓ ਤੇਹ ਕਿਮਤੀਰ ਸਰੀਰ। ਜਗਤ ਸਮੁੰਦਰ ਹੈ, ਜਗ ਦੀ ਆਸਕਤ ਜਿਹੜੀ ਖਿੱਚ ਪਕੜ ਹੈ, ਇਹ ਜਲ ਹੈ। ਕਾਮਾਦਿਕ ਬਹੁ ਜੰਤ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਸ਼ਬਦ ਲੱਗ ਗਿਆ, ਇਹ ਬਹੁਤ ਜਲ ਜੰਤੂ ਨੇ। ਜਿਹਦਾ ਜਹਾਜ਼ ਇਸ ਸਮੁੰਦਰ ਵਿੱਚ ਪੈ ਗਿਆ, ਜਿੱਥੇ ਚਿੰਤਾ ਦੀ ਬੜਵਾ ਅਗਨੀ ਹੈ, ਤ੍ਰਿਸ਼ਨਾ ਦੀ ਬੜੀ ਤੇਜ਼ ਹਵਾ ਚੱਲਦੀ ਪਈ ਹੈ, ਜਿਹਦਾ ਜਹਾਜ਼ ਇਸ ਸਮੁੰਦਰ 'ਚ ਪੈ ਗਿਆ, ਉਸ ਦੇ ਸਰੀਰ ਨੂੰ ਕਿਵੇਂ ਧੀਰਜ ਆਵੇ। ਸਰੀਰ ਰੂਪੀ ਬੇੜਾ ਜਹਾਜ਼ ਇਹ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾ ਰਿਹਾ, ਨਾ ਪਾਰ ਲੰਘਿਆ ਤੇ ਨਾ ਵਾਰ ਜੋਗਾ ਰਿਹਾ, ਵਿਚਕਾਰ ਹੀ ਗੋਤੇ ਆਉਂਦੇ ਪਏ ਨੇ। ਕਬੀਰ ਸਾਹਿਬ ਇਸੇ ਕਰਕੇ ਕਹਿੰਦੇ, ਅਜੈ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ, ਕਿਆ ਹੋਇਆ ਲੈ ਤੇ ਇਹ ਬੇੜੀ ਸਮੁੰਦਰ ਦੇ ਵਿਚਕਾਰ ਹੀ ਆ, ਖਬਰੇ ਪਤਾ ਨਹੀਂ ਕੀ ਹੋ ਜਾਣਾ, ਪਲ ਦੇ ਵਿੱਚ ਇੱਥੇ ਕੀ ਵਾਪਰ ਜਾਣਾ। ਇਸ ਵਾਸਤੇ ਕਿਆ ਜਾਣੋ, ਕਿਆ ਹੋਏ ਮਾਲਕ ਦਾ ਭਜਨ ਕਰਿਆ ਕਰ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਬੂੜ ਤੇ ਅਧਿਕਾਈ ਬੜੇ ਬੜੇ ਡੁੱਬ ਗਏ। ਕਹਿੰਦੇ ਕਹਾਉਂਦੇ ਬੜੇ ਬੜੇ ਪ੍ਰਜਾਪਤ ਛਤਰਧਾਰੀ, ਜਿਹੜੇ ਛਤਰ ਕੀ ਛਾਇਆ ਕਈ ਕੋਸ ਲੋ ਚਲਤ ਹੈ, ਛਤਰਾਂ ਦੀ ਛਾਂ ਦੇ ਵਿੱਚ ਜਿਹੜੇ ਕਈਆਂ ਕੋਹਾਂ ਤੱਕ ਜਾਂਦੇ, ਸਿਮਰਨ ਤੋਂ ਬਿਨਾ ਤੇ ਉਹ ਵੀ ਨਹੀਂ ਰਹੇ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਆ, ਨਾਲ ਚੱਲੈ ਸਭ ਕੋਏ, ਚੰਗਾ ਨਾਮ ਰਖਾਏ ਕਹ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ ਮੇਰੇ ਮਾਲਕ ਤੇਰੀ ਨਿਗਾਹ ਹੋਏ ਤੋਂ ਬਿਨਾਂ ਤੇ ਇੱਥੇ ਡੁੱਬਣਾ ਹੈ ਸੰਸਾਰ 'ਚ। ਬੂੜ ਤੇ ਬੜੇ ਬੜੇ ਡੁੱਬ ਗਏ ਹਨ ਇਸ ਸੰਸਾਰ ਦੇ ਵਿੱਚ। ਰਹਾਉ ਵਿਸਰਾਮ ਸਮੇਤ ਗੁਰੂ ਅਰਜਨ ਸਾਹਿਬ ਕਿਰਪਾਲੂ ਦਾਤਾ ਜੀ, ਪਾਵਨ ਵੀਰ ਸਾਹਿਬ ਜੀ ਕਿਰਪਾ ਅਗਾਂਹ ਕਰਨ। ਬਨਤਾ ਦੇਹਾ, ਬਨਤਾ ਨਾਮ ਇਸਤਰੀ ਦਾ, ਬਨਤਾ ਘਰ ਵਾਲੀ, ਸਤਨਾਮ ਪੁੱਤਰ ਦਾ, ਪੁੱਤਰ ਦੇ ਆਪਣਾ ਇਹ ਸਰੀਰ, ਗ੍ਰਹਿ ਆਪਣਾ ਘਰ, ਸੰਪਤ ਸੁਖਦਾਈ, ਬਹੁਤ ਜ਼ਿਆਦਾ ਰਥ ਮਾਲ ਅਸਬਾਬ ਸੰਪਤੀ ਆ, ਇਹਨਾਂ ਨੂੰ ਤੂੰ ਆਪਣਾ ਸੁਖਦਾਈ ਸਮਝਿਆ। ਸੁਖ ਘਰ ਵਾਲੀ ਕੋਲੋਂ ਲੱਭਦਾ, ਉੱਥੇ ਵੀ ਸੁੱਖ ਨਹੀਂ, ਪੁੱਤਰਾਂ ਕੋਲੋਂ ਸੁੱਖ। ਆਸ ਬੜੀ ਵੱਡੀ ਲਾਈ ਹੋਈ ਹੈ, ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਮਾਂ ਜਾਣਦੀ ਹੈ ਵੀ ਹੁਣ ਮੇਰਾ ਪੁੱਤ ਵੱਡਾ ਹੋ ਰਿਹਾ, ਆਸ ਬਹੁਤ ਹੈ। ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਕਿੱਡੀ ਵੱਡੀ ਆਸ ਹੈ, ਦੇਖਿਓ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾ। ਮਾਂ ਨੇ ਪੁੱਤ ਨੂੰ ਪਾਲਿਆ, ਪਰਵਰਿਸ਼ ਕੀਤੀ, ਵੀ ਮੇਰਾ ਪੁੱਤ ਵੱਡਾ ਹੋਏਗਾ ਤੇ ਧਨ ਕਮਾ ਕੇ ਲਿਆ ਕੇ ਦੇਵੇਗਾ। ਆਸ ਦੇ ਸਿਰ ਤੇ ਹੀ ਦੁਨੀਆ ਜਿਉਂਦੀ ਆ। ਜੇ ਆਸ ਨਾ ਪੂਰੀ ਹੋਈ ਫਿਰ ਇੱਥੇ ਟੁੱਟ ਜਾਂਦੀਆਂ ਨੇ। ਇਹ ਸੰਸਾਰ ਚਲੋ ਚਲੀ ਦੇ ਮੇਲੇ 'ਚ ਹੈ। ਅੰਮੀ ਜਾਇਆ ਸਕਾ ਬਾਪ ਆਪਣਾ ਜਿਹੜਾ ਹੈ, ਤੇ ਅੰਮੀ ਜਾਇਆ ਨੂੰ ਕਹਿੰਦਾ ਵੀ ਇਹ ਮੇਰੀ ਨਿੱਜੀ ਪ੍ਰਾਪਰਟੀ ਤੋਂ ਬੇਦਖਲ ਹੈ। ਕਾਰਨ ਕੀ? ਕਿਉਂਕਿ ਇਹ ਆਸ ਨਹੀਂ ਪੂਰੀ ਕਰ ਸਕਿਆ। ਦੁਨੀਆ ਆਸ ਦੇ ਉੱਤੇ ਜਿਉਂਦੀ ਆ, ਤੇ ਬੜੀ ਵੱਡੀ ਆਸ ਰੱਖੀ ਹੋਈ ਆ ਇਹਨਾਂ ਦੇ ਉੱਤੇ ਵੀ ਸੁੱਖ ਦੇਣਗੇ। ਤੇ ਗਰੀਬ ਨਿਵਾਜ ਇਹ ਕਿਰਪਾ ਕਰਦੇ ਨੇ। ਭਗਤ ਸਾਹਿਬ ਕਹਿੰਦੇ ਨੇ, ਭਗਤ ਰਸਨਾ ਦੁਆਰਾ ਉਪਦੇਸ਼ ਦਿੰਦੇ ਆ ਵੀ ਬੰਤਾ ਘਰ ਵਾਲੀ, ਅਗਾਂ ਪੁੱਤਰ ਸੁੱਤ ਦੇ ਸਰੀਰ,
ਗ੍ਰਹਿ ਘਰ ਸੰਪਤੀ ਜਿਹੜੀਆਂ ਸੁਖਦਾਈ ਤੂੰ ਸਮਝੀਆਂ ਹਨ। ਇਨ ਮੈਂ ਕਛ ਨਾਹੇ ਤੇਰੂ। ਉਹ ਭਰਾਵਾ ਮੇਰੀ ਗੱਲ ਸੁਣ ਲੈ ਬੇ, ਇਹਨਾਂ 'ਚ ਤੇਰਾ ਕੁਝ ਵੀ ਨਹੀਂ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨ ਸਿਖਾਈ। ਇਹ ਪੂਰਬਲੇ ਜਨਮ ਦੇ ਸੰਜੋਗੀ ਤੈਨੂੰ ਮਿਲੇ ਹੋਏ ਨੇ ਤੈਨੂੰ ਸੁਖ ਦੇਣ ਵਾਸਤੇ, ਪਰ ਅੰਤ ਇਹਨਾਂ 'ਚ ਸਹਾਇਤਾ ਕਿਸੇ ਨਹੀਂ ਕਰਨੀ। ਇਨ ਮੈਂ ਕਛ ਨਾਹੇ ਤੇਰੋ, ਜਿਨ੍ਹਾਂ ਨੂੰ ਤੂੰ ਮੈਂ ਕਰਕੇ ਮੇਰੀ ਕਰਦਾ ਰਹਿਣਾ। बड़े बड़े तुर गए मेरी मेरी करद्या, मेरी मेरी कहरों करते दुर्योधन से भाई। 12 योजन छत्र चले था देही गर्जना खाई। सर्व सोइन की लंका होती रावण ते अधिकारी। कहाँ भयो दर बांधे हाथी खिन में भई पराई। इन्हां विच कुछ भी तेरा नहीं। काल अवध आई। हुण काल जिहड़ा दिन ते पैर पैर ते घरियां आव घट तन छीजै। काल हेरी फिरै बधक ज्यों कहो कवन बिद कीजै। ਇਹ ਕਾਲ ਤਾਂ ਸ਼ਿਕਾਰੀ ਬਣ ਕੇ ਨਾ ਫੰਦਕ ਬਣ ਕੇ ਅਹੇਰੀ ਤੈਨੂੰ ਖਾਣ ਨੂੰ ਫਿਰ ਰਿਹਾ। ਸਿਰ ਦੇ ਉੱਤੇ ਕਾਲ ਹੈ ਤੇਰੇ ਕਾਲ, ਇਹ ਕਾਲ ਤੈਨੂੰ ਖਾਣ ਨੂੰ ਫਿਰਦਾ। ਕੁਝ ਵੀ ਤੇਰੇ ਨਾਲ ਨਹੀਂ ਹੈ, ਕੁਝ ਵੀ ਨਹੀਂ ਇਸ ਦੁਨੀਆ ਦੇ ਵਿੱਚ। ਜ਼ਿੰਦਗੀ ਮੈਂ ਕਮਾਇਆ ਖੂਬ, ਬੜੀਆਂ ਖੱਟੀਆਂ ਖੱਟੀਆਂ ਮਨੁੱਖ ਨੇ कमाया खूब के हीरे के मोती। इतना नहीं सोचा प्यारे कफन में जेब नहीं होती। ये नहीं सोचा भी लैके कुछ नहीं जाना। कारू बादशाह नूं करणी नामे विच बादशाह कहंदे आ दमड़ा तिसे का जो खर्चा रखाए देवै दिवावै रजाए खुदाए। तेरी तो वही अपनी माया जो तू खर्च तो खा लवें, बाकी तो मुड़ के पवाड़ा ही है, फिर तो झगड़े ही है, लड़ाइयां ही है। ਕਹਿੰਦੇ ਬਾਪੂ ਦੇ ਸਰੀਰ ਨੂੰ ਜਾਮ ਨੂੰ ਪਾ ਕੇ ਪਹਿਲਾਂ ਵੰਡੀਆਂ ਪਾ ਲਓ ਤੇ ਮੁੜ ਕੇ ਬਾਪੂ ਨੂੰ ਤੋਰਾਂਗੇ। ਇਹ ਮਾਇਆ ਮੁੜ ਕੇ ਤੇ ਝਗੜੇ ਹੀ ਕਰਾਉਂਦੀ ਹੈ, ਲੜਾਈਆਂ ਹੀ ਕਰਾਉਂਦੀ ਹੈ। ਇਹਦਾ ਆਪਣਾ ਕੋਈ ਅਨਰਬਚਨੀ ਜੋ ਹੋਈ ਕਿਸੇ ਦੀ ਆਪਣੀ ਨਹੀਂ ਹੈ। ਜਿਹਦੇ ਘਰ ਬਹੁਤ ਆ ਜਾਵੇ ਉਹਦੇ ਘਰ ਫਿਕਰ ਪਾ ਛੱਡਦੀ, ਚਿੰਤਾ ਪਾ ਦਿੰਦੀ ਹੈ। ਜਿਹਦੇ ਘਰ ਥੋੜੀ ਆ ਉਹ ਭਟਕਦਾ ਫਿਰਦਾ। ਇਸ ਵਾਸਤੇ ਕੁਝ ਵੀ ਆਪਣਾ ਨਹੀਂ। ਤੇ ਕਾਲ ਦੀ ਅਵਧੀ ਸਮਾਂ ਜਿਹੜਾ ਅਵਧ ਉਹ ਵੱਧ ਸਮਾਂ ਆ ਰਿਹਾ ਕਾਲ ਦਾ। ਤੇ ਜਦੋਂ ਕਾਲ ਦਾ ਸਮਾਂ ਆਉਣਾ ਨਾ ਪੁੱਤ ਉੱਥੇ ਨਾ ਇਸਤਰੀ ਨਾਲ ਜਾਣੀ ਆ। ਇਹ ਦੇਹ ਸਰੀਰ ਇਹ ਵੀ ਨਹੀਂ ਜਾਣਾ। ਸਾਰੀ ਉਮਰ ਬੰਦਾ ਘਰ ਬਣਾਉਂਦਾ ਲੰਘਾ ਦਿੰਦਾ ਈ, ਉਹ ਘਰ ਨੇ ਵੀ ਨਾਲ ਨਹੀਂ ਜੇ ਜਾਣਾ। ਇਸ ਕਰਕੇ ਕਹਿੰਦੇ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਕਬੀਰ ਸਾਹਿਬ ਦਾ ਹੀ ਬਚਨ ਹੈ, ਨਾ ਮਤਾ ਹੰਕਾਰ ਕਰ अपना उच्चा घर वेख के आलोसान बंगला वेख हंकार ना करी। आज काल भोए लेटना उपर जामै घास, आज नहीं कल भुंजे आसन मिलना ही। मिट्टी तेरी जिंदगी बंदिया, मिट्टी मौत दा गहना। मिट्टी तू अनमोल है, भावें मिट्टी मुल नहीं पैना। मिट्टी नालों मिट्टी हो गया, मिट्टी चों की लैना। आखिर मिट्टी हो के मिट्टी दे विच रहना। ਕਹਿੰਦੇ ਨੇ 3.5 हाथ तेरी सीमा। घणी ਤਾਂ ਕਿਹਾ 4.25। ਜੇ ਬਹੁਤੀ ਤੈਨੂੰ ਜ਼ਮੀਨ ਮਿਲਣੀ ਆ ਤਾਂ 4.25 ਹੱਥ ਮਿਲ ਜਾਣੀ ਆ, ਨਹੀਂ ਤਾਂ 3.5 ਹੱਥ ਹੀ ਮਿਲਣੀ ਆ। ਕਾਹਦਾ ਹੰਕਾਰ ਕਰਦਾ ਕਬੀਰ ਗਰਮ ਨਾ ਕੀਜੀਏ ਦੇਹੀ ਦੇਗ ਸੁਰੰਗ। आज कल तज जाओगे ज्यों कांचरी भोयंग। जिवें सब कुंज ला के चलिया गया छड़ चली जानी है दे। फिर मता मान करी इन्हां च तां किसे भी नाल नहीं जाना। कहंदे ना घर वाली ना पुत्र ना शरीर ना घर ते ना संपत्ति। ये जिहड़ा माल असबाब है जिन्हां नूं सुखदाई समझी बैठा, काल आवेगा नाल कुछ नहीं जे इन्हां विच जाना। अजामल गज गनका। हुण कहंदे अजामल, अजामल पापी जग जाने नियमक माहे निस्तारा। दुनिया जानदी अजामल पापी। तुसीं कई बार भगत माल विचों अजामल दी साखी पढ़ी होनी है। अजामल एक ब्राह्मण दा पुत्र है पर माड़ी संगत च पै गया। ये देखो माड़ी संगत बड़े वड्डियां नूं बर्बाद कर दिंदी है। गुरु साहब क्यों कहंदे आ बे बुरी संगत तो बाद च, माड़ी संगत तो बाद च त्यागना त्यागन नीका काम क्रोध लोभ त्यागना क्यों कहते हैं? ये माड़ी संगत बड़े बड़ियां दा घर उजाड़ दिंदी है, बड़े बड़ियां नूं तबाही दे राह पा दिंदी है।
ਇਸ ਵਾਸਤੇ ਅਜਾਮਲ ਮਾੜੀ ਸੰਗਤ ਵਿੱਚ ਪਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਜਾਏ ਕਲਾਵਤਨੀ ਦੇ ਰਹਿਆ, ਅਜਾਮਲ ਪਾਪੀ ਕਲਾਵਤਨੀ ਬੇਸਵਾ ਦੇ ਕੋਲ ਜਾ ਕੇ ਰਿਹਾ। 6 ਉਹਦੇ ਤੋਂ ਪੁੱਤ ਜੰਮ ਪਏ। ਇੱਕ ਤੀਬਰਤਮ ਬਰਾਗ ਨਾਮ ਦੇ ਰਸੀਏ ਪਰਉਪਕਾਰੀ ਮਹਾਤਮਾ ਆ ਗਏ। ਅਜਾਮਲ ਵੇਖ ਕੇ ਰੋ ਪਿਆ, ਕਹਿੰਦਾ ਮਹਾਰਾਜ ਮੈਂ 6 ਸ਼ਾਸਤਰਾਂ ਦਾ ਗਿਆਤਾ, ਚਾਰੇ ਵੇਦ ਯੁਗ ਵੇਦ ਜੁਜਰ ਵੇਦ ਅਥਰਵਣ ਵੇਦ ਸ਼ਿਆਮ ਵੇਦ ਸਾਰੇ ਹੀ ਪੜ੍ਹੇ ਹੋਏ ਨੇ। ਨਿਆਏ ਸ਼ਾਸਤਰ ਮੀਮਾਂਸਾ ਸ਼ਾਸਤਰ ਪਾਤੰਗਲ ਸ਼ਾਸਤਰ ਸਾਂਖ ਸ਼ਾਸਤਰ ਸੇਖਕ ਸ਼ਾਸਤਰ ਇਹ ਵਿਦਾਂਤ ਸ਼ਾਸਤਰ ਸਭ ਕੁਝ ਇਹ ਪੜ੍ਹਿਆ ਹੋਇਆ। 80,000 ਕਰਮ ਕਾਂਡ ਦੀਆਂ ਸ਼ਰੂਤੀਆਂ ਪੜ੍ਹੀਆਂ ਨੇ, 16,000 ਉਪਾਸਨਾ ਕਾਂਡ ਦੀਆਂ ਸ਼ਰੂਤੀਆਂ ਪੜ੍ਹੀਆਂ, 4,000 ਗਿਆਨ ਕਾਂਡ ਦੀਆਂ ਸ਼ਰੂਤੀਆਂ ਵੀ ਪੜ੍ਹੀਆਂ। ਪਰ ਮੇਰੇ ਮਾੜੇ ਭਾਗ ਮੇਰੇ ਘਰੋਂ ਕੱਟਤਾ। ਮੇਰੇ ਬਾਪ ਨੇ ਰਾਜ ਦਰਬਾਰ ਤੋਂ ਰਾਜੇ ਨੇ ਕੱਟਤਾ, ਹੁਣ ਜੰਗਲ ਵਿੱਚ ਭੁੱਖਮਰੀ ਪਈ ਹੋਈ ਹੈ। ਇਹਨੂੰ ਦਲਿੱਦਰ ਦੇਖ ਕਰਕੇ ਮਾੜੀ ਸੰਗਤ 'ਚ ਪਿਆ ਵੇਖ ਕਹਿੰਦੇ ਅਜਾਮਲ ਤੂੰ ਪਾਪ ਤਾਂ ਕੀਤੇ ਨੇ, ਪਰ ਹੁਣ 7ਵਾਂ ਜੋ ਤੇਰੇ ਪੁੱਤ ਹੋਣ ਵਾਲਾ ਇਹਦਾ ਨਾਮ ਨਾਰਾਇਣ ਰੱਖੀ ਤੇ ਨਾਰਾਇਣ ਨਾਲ ਪਿਆਰ ਕਰੀ। ਹੁਣ ਜੁਗਤੀ ਨਾਲ ਹੀ ਮੁਕਤੀ ਕਰਨੀ ਹੈ ਨਾ, ਇਹਦਾ ਨਾਂ ਨਾਰਾਇਣ ਰੱਖੀ ਤੇ ਨਾਰਾਇਣ ਦੇ ਨਾਲ ਪਿਆਰ ਕਰੀ। ਤੇ ਅਜਾਮਲ ਨੇ 7ਵੇਂ ਪੁੱਤਰ ਦਾ ਨਾਂ ਨਾਰਾਇਣ ਰੱਖਿਆ, ਬਚਨ ਮੰਨਿਆ ਗੁਰਮੁਖਾਂ ਦਾ। ਤੇ ਜਦੋਂ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਤਾਂ ਪੁੱਤਰ ਨਾਰਾਇਣ ਜਿਹੜਾ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਵਿਦਾਰੇ। ਜਦੋਂ ਕਾਲ ਦਾ ਸਮਾਂ ਆਇਆ ਮਰਨ ਲੱਗਿਆ, ਕਹਿੰਦਾ ਪੁੱਤ ਨਾਰਾਇਣ ਕਿੱਥੇ ਆ? ਪੁੱਤ ਨਾਰਾਇਣ ਆ ਮੈਂ ਚੱਲਿਆ, ਮੇਰੇ ਕੋਲ ਆ। ਇੱਕ ਤੇ ਨਿੱਕਾ ਤੀ ਲਾਡਲਾ, ਦੂਜਾ ਨਾਰਾਇਣ ਨਾਲ ਕਿਹਾ ਸੀ ਪਿਆਰ ਕਰੀ। ਪੁੱਤਰ ਵਾਸਤੇ ਨਾਰਾਇਣ ਨੂੰ ਆਵਾਜ਼ਾਂ ਮਾਰੀਆਂ ਤੇ ਭਗਤ ਜੀ ਕਹਿੰਦੇ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵਿਦਤ ਤਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂ ਕਰੇ ਦਿਵਸ। ਨਾਰਾਇਣ ਨੂੰ ਯਾਦ ਕਰਦਿਆਂ ਵਾਹਿਗੁਰੂ ਹਿਰਦੇ ਵਿੱਚ ਵਸ ਗਿਆ। ਅਜਾਮਲ ਪਾਪੀ ਦਾ ਨਿਮਕ ਵਿੱਚ ਉਧਾਰ ਹੋ ਗਿਆ। ਗੱਜ ਜਿਹੜਾ ਹਰੋਹਰ ਖੇਤਰ ਦੇ ਵਿੱਚ ਤੰਦੂਏ ਨੇ ਉਸ ਹਾਥੀ ਨੂੰ ਪਕੜਿਆ ਹੋਇਆ, ਦੇਵਲ ਰਿਸ਼ੀ ਦੇ ਸ਼ਰਾਪ ਕਰਕੇ ਹਾਥੀ ਬਣਿਆ ਹੋਇਆ ਸੀ ਇਹ। ਤੇ ਜਦੋਂ ਉਹਨੇ ਹੁਣ ਆਵਾਜ਼ ਮਾਰੀ ਮਾਲਕ ਵਾਹਿਗੁਰੂ ਪ੍ਰਮਾਤਮਾ ਨੂੰ, ਸੁੰਡ ਤੇ ਫੁੱਲ ਲੈ ਕੇ ਆਵਾਜ਼ਾਂ ਮਾਰਦਾ ਪ੍ਰਮਾਤਮਾ ਨੂੰ ਵੀ ਹੁਣ ਤਾਂ ਤੂੰ ਹੀ ਬਚਾ ਸਕਦਾ। ਦੇਖੋ ਅਸੀਂ ਭੱਜ ਨੱਠ ਕਰਦੇ ਹਾਂ, ਜਦੋਂ ਫਿਰ ਆਪਣੀ ਭੱਜ ਨੱਠ ਮੁੱਕ ਜਾਵੇ ਫਿਰ ਕਹਿੰਦੇ ਰੱਬਾ ਹੁਣ ਤਾਂ ਤੂੰ ਹੀ ਆ, ਅਕਾਲ ਪੁਰਖ ਦਾਤਾ ਹੁਣ ਤਾਂ ਤੂੰ ਹੀ ਆ। ਤੇ ਜਦੋਂ ਡੋਰ ਉਹਦੇ ਤੇ ਛੁੱਟ ਦੋ ਉਦੋਂ ਬਾਂਹ ਫੜ ਲੈਂਦੇ ਆ। ਜਿੰਨਾ ਚਿਰ ਆਪਣੀ ਭੱਜ ਕਰਦੇ ਆ ਉਹਨਾਂ ਚਿਰ ਤਾਂ ਖਬਰੇ ਬਾਂਹ ਫੜਨ ਕਿ ਨਾ ਫੜਨ, ਜਦੋਂ ਆਖੀ ਆ ਮਾਲਕਾ ਪ੍ਰਭ ਡੋਰੀ ਹਾਥ ਤੁਮਾਰੇ ਜ਼ਰੂਰ ਬਾਂਹ ਪਕੜ ਲੈਂਦੇ ਆ। ਹਾਥੀ ਨੇ ਸੁੰਡ 'ਚ ਫੁੱਲ ਲੈ ਕੇ ਓਟ ਤੱਕੀ, ਉਹਨੂੰ ਉਤਾਰ ਦਿੱਤਾ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਪਾਪਾਂ ਦਾ ਹਾਰ ਗਲ ਵਿੱਚ ਪਾਇਆ ਹੋਇਆ। ਮਹਾਂਪੁਰਖੀ ਅਚਾਨਚਕ ਬਾੜੇ ਤਿਸਦੇ ਆਏ ਖਲੋਤਾ, ਗਨਕਾ ਬਾੜੇ ਆਏ ਖਲੋਤਾ। ਗਨਕਾ ਦੇ ਬਾੜੇ ਅਚਨਚੇਤ ਹੀ ਗੁਰਮੁਖ ਆ ਗਏ ਮਹਾਂਪੁਰਖ। ਦੇਖ ਦਲਿਦਰੀ ਦਿਆਲ ਹੋਏ ਹੱਥੋਂ ਦੇ ਸੰਤਾਨੇ ਤੋਤਾ। ਉਹਦੀ ਦਲਿਦਰੀ ਵੇਖ ਕੇ ਆਖਿਆ ਮੈਂ ਤੈਨੂੰ ਧੀ ਕਿਹਾ। ਆਖਿਆ ਵੀ ਬਾਪੂ ਜੇ ਧੀ ਕਿਹਾ ਤੇ ਕੁਝ ਬਾਪ ਕੋਲੋਂ ਕੁਝ ਚਾਹੀਦਾ, ਮੈਨੂੰ ਕੁਝ ਦੇ ਕੇ ਜਾਓ, ਮੈਂ ਤੁਹਾਨੂੰ ਯਾਦ ਕਰਾਂ। ਆਖਣ ਲੱਗਿਆ ਤੋਤਾ ਲੈ, ਇਹਨੂੰ ਰਾਮ ਰਾਮ ਕਰਾਇਆ ਕਰ। ਲਿਵ ਲੱਗੀ ਤੇ ਇਸ ਤੋਤਿਓਂ ਭਾਈ ਸਾਹਿਬ ਕਹਿੰਦੇ ਤੋਤੇ ਤੋਂ ਲਿਵ ਲੱਗ ਗਈ ਆ। ਰਾਮ ਰਾਮ ਕਰਦਿਆਂ ਪਾਪਾਂ ਦਾ ਪਹਾੜ ਢਹਿ ਗਿਆ ਤੇ ਵਿਮਾਨ ਤੇ ਚੜ ਕੇ ਗਨਕਾ ਤਰ ਗਈ। ਪਤਿਤ ਕਰਮ ਕੀਨੇ। ਹੁਣ ਮਾੜੀ ਸੰਗਤ 'ਚ ਪੈ ਕੇ ਬੇਸਵਾ ਦਾ ਨਾਲ ਮਿਲਾਪ ਉਹਦੇ ਨਾਲ ਰਹਿ ਕੇ ਮਾੜਾ ਹੀ ਕੰਮ ਕੀਤਾ ਅਜਾਮਲ ਨੇ। ਦੇਵਲ ਰਿਸ਼ੀ ਦੇ ਕੋਲ ਹੰਕਾਰ ਕਰਕੇ ਇਹ ਮੁੜ ਕੇ ਹਾਥੀ ਬਣਿਆ। ਕੰਮ ਤਾਂ ਇਹਨ ਵੀ ਮਾੜਾ ਹੀ ਕੀਤਾ। ਗਨਕਾ ਵੀ ਪਾਪਣ ਹੈ, ਆਪ 7 ਜੱਤ ਵਿੱਚ ਰਹੀ ਨਹੀਂ ਤੇ ਕਈਆਂ ਸਤੀਆਂ ਦੇ 7 ਤੋੜ ਤੇ ਐਡੇ ਪਾਪੀ ਕਰਮ ਇਹਨਾਂ ਨੇ ਕੀਤੇ, ਮਾੜੇ ਪਤਿਤ ਕਰਮ ਕੀਤੇ। ਉਤਰ ਪਾਰ ਪਰੇ। ਹੁਣ ਕਹਿੰਦੇ ਉਹ ਵੀ ਤਰ ਗਏ, ਉਤਰ ਗਏ, ਸੰਸਾਰ ਸਮੁੰਦਰ ਤੋਂ ਪਾਰ ਪੈ ਗਏ। ਰਾਮ ਨਾਮ ਲੀਨੇ। ਅਰੇ ਕਿਵੇਂ ਭਗਤ ਜੀ ਕਹਿੰਦੇ ਰਾਮ ਰਮੇ ਹੋਏ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪ ਕਰਕੇ ਵਾਹਿਗੁਰੂ 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 ਵਿਸ਼ਵਾਸ ਸਵਾਸ ਜਪੀ ਚੱਲੋ। ਇਹ ਜਪਣ ਦੇ ਨਾਲ ਤਰ ਜਾਈਦਾ ਸੰਸਾਰ ਤੋਂ। ਐਡੇ ਐਡੇ ਪਾਪੀ ਤਰ ਗਏ।
ਐਸੇ ਦੁਰਮਤ ਨਿਸ ਤਰੇ, ਤੂੰ ਕਿਉਂ ਨਾ ਤਰੇ। ਰਬਦਾਸ ਭਗਤ ਰਬਦਾਸ ਜੀ ਵੀ ਕਹਿੰਦੇ ਨੇ ਐਡੇ ਐਡੇ ਦੁਰਮਤੀ ਹੈ ਤਰ ਗਏ, ਫਿਰ ਤੂੰ ਕਿਉਂ ਨਹੀਂ ਜੇ ਤਰੇਗਾ। ਸੂਕਰ ਕੂਕਰ ਜੋਨ ਭ੍ਰਮੇ। ਪਹਿਲਾ ਮਨੁੱਖ ਜਨਮ ਤੋਂ ਇਹ ਜਦੋਂ ਸਰੀਰ ਜਾਮਾ ਨਹੀਂ ਮਿਲਿਆ ਸੀ, ਬੜੇ ਸੂਰ ਦੀ ਜੂਨ, ਕੁੱਤੇ ਦੀ ਜੂਨ, ਕਈ ਜੂਨਾਂ ਵਿੱਚ ਕਈ ਜਨਮ ਪਏ, ਕੀਟ ਪਤੰਗਾ ਗਈ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਕਈ ਜੂਨਾਂ ਵਿੱਚ ਭਰਮੇ। ਤਉ ਲਾਜ ਨਾ ਆਈ। ਤਾਂ ਵੀ ਭਾਈ ਉਹਨਾਂ ਜੂਨਾਂ ਵਿੱਚ ਭਰਮਦਿਆਂ ਹੋਇਆਂ ਲਾਜ ਨਹੀਂ ਆਈ ਤੈਨੂੰ, ਐਡੀਆਂ ਜੂਨਾਂ ਭੁਗਤ ਕੇ ਆਇਆ। ਅਲੇ ਵੀ ਗੁਰੂ ਘਰ ਆਉਣ ਲੱਗਿਆ ਕਹਿੰਦਾ ਮੈਨੂੰ ਤਾਂ ਸੰਗ ਲੱਗਦੀ ਹੈ, ਜੇ ਸੰਗਤ 'ਚ ਜਾਵਾਂ ਤਾਂ ਉਦੋਂ ਕਿਉਂ ਨਹੀਂ ਤੈਨੂੰ ਲਾਜ ਆਈ। ਰਾਮ ਨਾਮ ਛਾੜ ਅੰਮ੍ਰਿਤ। ਰਾਮ ਦਾ ਨਾਮ ਤੂੰ ਛੱਡਿਆ ਹੀ ਇਹੀ ਅੰਮ੍ਰਿਤ ਹੈ। ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਖਤ ਕੀ ਗਤ ਨੈਨੋ ਡੀਠੀ। ਕਾਹੇ ਬਿਖ ਖਾਈ। ਆਲੇ ਵਾਸਤੇ ਜ਼ਹਿਰ ਖਾਈ ਜਾਨਾ। ਸ਼ਰਾਬ ਤੇ ਕਹਿੰਦਾ ਚੰਗੀ ਲੱਗਦੀ ਆ, ਨਿਖੇਦ ਅੰਮ੍ਰਿਤ ਤੈਨੂੰ ਚੰਗਾ ਨਹੀਂ ਜੇ ਲੱਗਦਾ। 1400 ਘਰ ਮੈਂ ਵਿਖਾ ਦਿੰਨਾ ਸ਼ਰਾਬ ਨਾਲ ਉਜੜਿਆ, ਇੱਕ ਘਰ ਦਿਖਾ ਦਿਓ ਅੰਮ੍ਰਿਤਨਾਥ ਜੀ ਦਾ ਕਿਸੇ ਦਾ ਉਜੜਿਆ ਹੋਏ। ਅੰਮ੍ਰਿਤ ਘਰਾਂ ਨੂੰ ਵਸਾਉਂਦਾ, ਮੌਤ ਤੋਂ ਰਹਿਤ ਕਰਦਾ, ਨਾਮ ਦਾ ਅੰਮ੍ਰਿਤ ਲੈ। ਵਾਹਿਗੁਰੂ ਪਰਮੇਸ਼ਰ ਪੰਜ ਪਿਆਰੇ ਵਿਧੀ ਵਿਧਾਨ ਬਣਿਆ ਹੋਇਆ। ਗੁਰੂ ਸਾਹਿਬ ਦੀ ਹਜ਼ੂਰੀ 'ਚ ਪੰਜ ਪਿਆਰਿਆਂ ਨੂੰ ਨਾਮ ਦੇਣ ਦਾ ਅਧਿਕਾਰ ਹੈ। ਕੱਲੇ ਦੁਕੱਲੇ ਕੋਲੋਂ ਨਾਮ ਲੈਣ ਵਾਲਾ ਵੀ ਪਖੰਡੀ ਤੇ ਦੇਣ ਵਾਲਾ ਵੀ ਪਖੰਡੀ ਹੈ। ਇਸ ਵਾਸਤੇ ਪੰਜਾਂ ਪਿਆਰਿਆਂ ਕੋਲੋਂ ਗੁਰਮੰਤਰ ਤੇ ਮੂਲ ਮੰਤਰ ਦ੍ਰਿੜ ਕਰਨਾ, ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਨੀ। ਕਾਹਦੇ ਵਾਸਤੇ ਜ਼ਹਿਰ ਖਾਈ ਜਾਨਾ। ਤਜ ਭਰਮ ਕਰਮ ਬਿਦਨ ਖੇਦ। ਛੱਡਦੇ ਪੰਜ ਕਿਸਮ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਏਤਰ ਜਗ ਸੱਚ ਹੈ, ਪੰਚੋਂ ਭਰਮ ਸੰਸਾਰ। ਇਹ ਪੰਜੇ ਭਰਮ ਛੱਡ ਤੇ ਕਰਮ ਕਾਂਡ ਜਿਹੜੇ 80,000 ਸਰੂਤੀਆਂ ਤਾਂ ਕਰਮ ਕਾਂਡ ਦੀਆਂ ਹੀ ਕਈਆਂ ਨੇ। ਇਹ ਜਿਹੜੇ ਦਿਖਾਵੇ ਦਾ ਕਰਮ ਕਰਦਾ ਇਹ ਵੀ ਛੱਡ ਦੇ। ਵਿਦ ਸ਼ਾਸਤਰਾਂ ਦੇ ਅਨੁਸਾਰ ਤੇ ਨਿਖੇਦ, ਸ਼ਾਸਤਰਾਂ ਤੋਂ ਉਲਟ ਚੱਲਣਾ ਹੈ ਤੇ ਵਿਦ ਅਤੇ ਨਿਖੇਦ। ਰਾਮ ਨਾਮ ਲੇਹੀ। ਇਹ ਸਭ ਕੁਝ ਛੱਡ ਕੇ ਇੱਕੋ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਾਇਆ ਕਰ, ਜਪਿਆ ਕਰ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ। ਗੁਰ ਪ੍ਰਸਾਦ ਜਨ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਤੇਰਾ ਜਨ, ਮੈਂ ਤੇਰਾ ਪਿਆਰਾ ਹਾਂ ਗੁਰੂ ਦੀ ਕਿਰਪਾ ਨਾਲ। ਰਾਮ ਕਰ ਸਨੇਹੀ। ਹਾਂ ਮੈਂ ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਰਾਮ ਰਮੇ ਹੋਏ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਸਨੇਹ ਕਰ। ਸਨੇਹੀ ਰਾਮ ਦਾ ਬਣ ਜਾ। ਕਿਸੀ ਕੋਈ ਕੋਏ ਮੰਜਨ ਮਾਣੀ, ਇੱਕ ਤੂੰ ਕਿਉਂ ਨਾ ਮਰੀਜਾ ਰੋਏ, ਜਬ ਲਗ ਚੇਤਨਾ ਹੋਈ। ਕਿਸੇ ਦਾ ਕੋਈ, ਕਿਸੇ ਦਾ ਕੋਈ, ਮੇਰਾ ਤੇ ਮਾਲਕ ਇੱਕ ਤੂੰ ਹੀ ਆ। ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਡਾ ਤੇ ਤੁਸੀਂ ਮੇਰੇ ਬਣ ਜਾਓ। ਤੇ ਜੇ ਤੂੰ ਮੇਰਾ ਹੋਏ ਰਹਿ ਜਾ, ਸਭ ਜਗ ਤੇਰਾ ਹੋਏ। ਪਾਤਸ਼ਾਹ ਕਹਿੰਦੇ ਤੂੰ ਮੇਰਾ ਬਣ ਕੇ ਤੇ ਵੇਖ, ਮੈਂ ਸਾਰੀ ਦੁਨੀਆ ਹੀ ਤੇਰੀ ਬਣਾ ਦਿਆਂਗਾ। ਦੇਸਾਂ ਪਰਦੇਸਾਂ ਵਿੱਚ ਸਾਰੀ ਦੁਨੀਆ ਤੇਰੀ ਆਪਣੀ ਬਣ ਜਾਵੇਗੀ। ਰਾਮ ਦੇ ਨਾਲ ਸੁਨਿਓ, ਪ੍ਰੇਮ ਕਰਿਆ ਕਰ। ਹੁਣ ਲੜੀਵਾਰ ਪਾਵਨ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ 'ਚ ਜੋ ਹਰ ਰੋਜ਼ ਚੱਲਦੀ ਹੈ, ਪਾਵਨ ਲੜੀਵਾਰ ਸ਼ਬਦ ਵੀ ਸਰਵਣ ਕਰੀਏ। ਬਿਲਾਵਲ ਬਾਣੀ ਭਗਤਾ ਕੀ। ਰਾਗ ਬਿਲਾਵਲ ਹੈ, ਬਾਣੀ ਭਗਤਾਂ ਦੀ ਹੈ। ਕਬੀਰ ਜੀਓ ਕੀ। ਹੁਣ ਭਗਤਾਂ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ। ਇੱਕ ਓੰਕਾਰ। ਇਹ ਹੁਣ ਖੋਲ ਸਮੰਤਰ ਗੁਰਬਾਣੀ ਦੇ ਵਿੱਚ ਬੀਜ ਮੰਤਰ, ਮਹਾ ਮੰਤਰ, ਖੋੜਸ ਮੰਤਰ, ਮੂਲ ਮੰਤਰ, ਗੁਰ ਮੰਤਰ ਆਦਿ ਇਹ ਮੰਤਰ ਆਏ ਹੋਏ ਨੇ। ਇਹ ਖੋੜਸ ਮੰਤਰ ਹੈ 16 ਅੱਖਰਾਂ ਦਾ। ਇੱਕ ਅਦੁੱਤੀ ਸਰੂਪ ਪ੍ਰਮਾਤਮਾ ਓੰਕਾਰ, ਸਰਬ ਦਾ ਪ੍ਰਕਾਸ਼ਕ, ਸੁਜਾਤੀ ਵਿਜਾਤੀ, ਸਵੈਗਤ ਭੇਦ ਤੋਂ ਰਹਿਤ, ओंकार उच्चारण मात्र से रक्षा करने वाला, ओंकार करके ही सारा पसारा है। एक कह दिता हजूर ने इत्थे इत्थे पहला तो एक लिखिया होया, ये गिनती का एका है। तो ज्ञानी जी पढ़ाते होंगे सी भी ये मुक्त है सारियां तो। एक जड़ा है ना बड़ा ये एको ही है, साहब मेरा एको है, एको है भाई एको है। ओंकार ਦਾ ਸਾਰਾ ਪਸਾਰਾ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਸਤਨਾਮ। ਸਤ ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ। ਸਾਰੀ ਸ੍ਰਿਸ਼ਟੀ ਦੇ ਕਰਤਾ ਪੁਰਖ, ਪੁਰਖਵਾਚਕ ਨੇ। ਅਥਵਾ ਪੂ ਆਦਿਕ 18 ਕੁੰਭੀ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲੇ ਹਨ। ਗੁਰ ਪ੍ਰਸਾਦ। ਗੁਰੂ ਸਾਹਿਬ ਜੀ ਦੇ ਪ੍ਰਸਾਦ ਨਾਮ, ਖੁਸ਼ੀ ਦਾ ਪ੍ਰਸਾਦ ਨਾਮ, ਕਿਰਪਾ ਦਾ
ਪ੍ਰਸਾਦ ਨਾਮ ਆਨੰਦ ਦਾ ਵੀ ਹੁੰਦਾ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਇੱਕ ਅਦੁੱਤੀ ਸਰੂਪ ਬ੍ਰਹਮ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਐਸੋ ਇਹੋ ਸੰਸਾਰ ਪੇਖਣਾ। ਵੇ ਸੰਸਾਰ ਕਹਿੰਦੇ ਵੇਖਿਆ ਪੁਤਲੀਆਂ ਦੀ ਨਿਆਈ ਆ, ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ। ਇਹ ਵੇਖਣਾ ਕੀਤਾ ਇਹੋ ਜਿਹਾ ਸੰਸਾਰ ਭਾਈ ਵੇਖ। ਰਹਿਨ ਨ ਕੋ ਪਈ ਹਾਰੀ। ਆਪਾਂ ਇੱਥੇ ਰਹਿਣਾ ਕਿਸੇ ਨੇ ਨਹੀਂ, ਬੜੇ ਬੜੇ ਦੁਨੀਆ ਤੋਂ ਤੁਰ ਗਏ। ਜ਼ਿੰਦਗੀ ਕੇ ਹੈ ਦੋ ਜਹਾਂ, एक ये जहाँ एक वो जहाँ, इन दो जहाँ के दरमियान एक श्वास का है फासला। अगर चल रहा है तो ये जहाँ, अगर रुक गया तो फिर वो जहाँ। एको यारी सच्चे रब वाली, बाकियां यारियां सब खुआरियां ने। जिन्हें रब वाली यारी छड़ दी उन्हें जितियां बाजियां भी हारियां ने। जो कुछ लिखिया नसीब साडे ओयो तू लैना, ओयो मैं लैना। तेरियां मेरियां आकड़ा किस कारे, तू भी ढह पैना ते मैं भी ढह पैना। जो कुछ गुजरेगी जिंद अपनी ते ओयो तू सहना, ओयो मैं सहना। इत्थे कहते हैं कोई भी शरीर करके नहीं रहता। एक शिव भये, एक गए, एक फेर भये। रामचंद्र कृष्ण के अवतार भी अनेक हैं। ब्रह्मा विष्णु कहते, वेद और पुराण कहते, सिमरत समूहन के होए बताए हैं। मोहन दी मुदार कहते, अश्विनी कुमार कहते, अंसा अवतार कहते, काल बस भये हैं। पीर और पैगंबर कहते, गने न परत एते। भूमि ही के होए फिर भूमि ही मिलाए हैं। जिनके रथ नेम दरारन ते सतसागर हैं, अब लो जग माही। जिन चापन गोसन के बल ते सब सैल बटोर धरे तर माही। सुर राज डरे जिनके बल ते, इमराज जीते जिहने जग माही। मन ते जग भीतर नाहि रहे, और अब और रहें कोई आ जग माही। रहना किन्ने इस दुनिया दे विच, रहन ना कू पई है रे। कोई भी नहीं इस संसार दे विच अज तक रहा, ना किसी ने रहना है। सूदे सूदे रेग चलो तुम। हाँ बे तू सीधे राह चलिया कर, ज्ञान दे रस्ते उत्ते सूदे सूदे सीधे सीधे राह चलिया कर। रेग ये जड़ा रस्ता है ना सीधा राह, पुठे राह ना पिया कर, सीधे रस्ते उत्ते चलो तुम चलिया करो भाई। नतर कुतक्का दवई हारी। नतर नहीं तां को धक्का, एक तो धक्का हुंदा, एक को धक्का हुंदा। धक्का भी पिछों लिया के जोर दी धरती ते सुट देना, को धक्का हुंदा वे कोठे तो थल्ले सुट देना। एक को धक्का है, नहीं तां भाई को धक्का तैनूं पै जाना है संसार दे विचों। ਇਹ ਜਮਾ ਦੇ ਦੂਤਾਂ ਨੇ ਧੱਕ ਦੇਣਾ ਜਮਾ ਦੀ ਪੁਰੀਆਂ ਵੱਲ ਨੂੰ। ਇਸ ਕਰਕੇ ਤੂੰ ਸਿੱਧੇ ਸਿੱਧੇ ਰਾਹ ਚੱਲਿਆ ਕਰ, ਗਿਆਨ ਦੇ ਭਗਤੀ ਦੇ ਸਿਮਰਨ ਦੇ ਗੁਰੂ ਦੇ ਰਾਹ। ਚਰਨ ਚਲੋ ਮਾਰਗ ਗੋਬਿੰਦ ਰਹਾਉ। ਵਿਸਰਾਮ ਸਮੇਤ ਭਗਤ ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਹਨ। ਬਾਰੇ ਬੂਢੇ ਤරුਨੇ ਭਈਆ। ਬਾਰੇ ਬੱਚੇ ਤੇ ਬੂਢੇ ਬਜ਼ੁਰਗ ਤਰਨੇ ਜਵਾਨ। ਇਹ ਭਾਈ ਸਭੂ ਜਮ ਲੈ ਜਈ ਹਾਰੀ। ਜਮ ਨਹੀਂ ਜੇ ਛੱਡਦਾ, ਜਮ ਮਾਰ ਕਰੇ ਖਲਹਾਨ। ਬੜੇ ਬੜਿਆਂ ਨੂੰ ਚੁੱਕ ਕੇ ਲੈ ਗਿਆ ਹੈ। ਐਸੋ ਕਹਿੰਦੇ ਵੀ ਸਾਰਿਆਂ ਨੂੰ ਜਮ ਲੈ ਜਾਈ ਹਰੇ ਲੈ ਜਾਂਦਾ ਭਾਈ। ਮਾਨਸ ਬਪੁਰਾ ਮੂਸਾ ਕੀਨੋ। ਇਹ ਮਨੁੱਖ ਤਾਂ ਬਪਰਾ ਵਿਚਾਰਾ ਮੂਸਾ ਚੂਹੇ ਬਿੱਲੀ ਦੀ ਖੇਡ ਹੀ ਬਣਾਈ ਹੋਈ ਆ। ਮੂਸਾ ਨਾਮ ਚੂਹਾ ਬਣਾਇਆ ਹੈ। ਮੀਚ ਬਿਲਈਆ ਖਈ ਹਾਰੇ। ਮੀਚ ਨਾਮ ਮੌਤ ਦਾ, ਮੌਤ ਰੂਪੀ ਬਿੱਲੀ ਜੜੀ ਆ। ਇਹ ਜਿਵੇਂ ਬਿੱਲੀ ਚੂਹਾ ਖਾ ਜਾਂਦੀ ਆ, ਮੌਤ ਇਹ ਮਾਨਸ ਮਨੁੱਖ ਨੂੰ ਖਾ ਜਾਂਦੀ ਆ। ਧਨਵੰਤਾ ਅਰ ਨਿਰਧਨ ਮਨਾਏ। ਮਾਰਾ ਗਰੀਬਾਂ ਨੂੰ ਖਾਂਦੀ ਕਿ ਅਮੀਰਾਂ ਕਹਿੰਦੇ ਵੀ ਆਉਂਦੀ ਤਾਂ ਸਾਰਿਆਂ ਤੇ ਹੀ ਆ। ਧਨਵੰਤਾ ਬੜੇ ਬੜੇ ਨਿਰਧਨ ਗਰੀਬ ਲੋਕ। ਤਾਕੀ ਕਛੂ ਨਾ ਕਾਨੀ ਰੇ। ਉਹਨਾਂ ਦੀ ਕਿਸੇ ਦੀ ਕਾਨ ਕਨੌੜ ਨਹੀਂ ਆ। ਛੋਟਾ ਕਿ ਵੱਡਾ ਹੈ, ਜਦੋਂ ਮੌਤ ਆਉਂਦੀ ਆ ਲੈ ਜਾਂਦੀ ਹੈ। ਰਾਜਾ ਪਰਜਾ ਸਮ ਕਰ ਮਾਰਾ। ਬੜੇ ਬੜੇ ਰਾਜਿਆਂ ਨੂੰ ਅਤੇ ਪਰਜਾ ਨੂੰ ਦੋਹਾਂ ਨੂੰ ਬਰਾਬਰ ਹੀ ਮਾਰ ਪੈਂਦੀ ਆ ਮੌਤ ਦੀ। ਐਸੋ ਕਾਨੀ ਕਾਲ ਰੇ। ਐਡਾ ਭਿਆਨਕ ਹੈ ਭਾਈ। ਹਰ ਕੀ ਸੇਵਕ ਜੋ ਹਰ ਭਾਏ। ਹਰੀ ਦੇ ਜੋ ਸੇਵਕ ਨੇ ਜਿਹੜੇ ਵਾਹਿਗੁਰੂ ਨੂੰ ਭਾ ਗਏ ਹਨ, ਤਿਨ ਕੀ ਕਥਾ ਨਿਰਾਰੀ ਰੇ। ਇਹਨਾਂ ਦੀ ਜਿਹੜੀ ਕਥਾ ਹੈ ਵੀ ਯਾਰੀ ਬੈਰ ਤੋਂ ਰਹਿਤ ਹੈ, ਨਿਰਪੱਖ ਹੈ। ਤੇ ਉਹਨਾਂ ਦੀ ਕਥਾ ਵੀ ਕੋਈ ਬੈਰ ਨਹੀਂ ਕਿਸੇ ਨਾਲ। ਤੇ ਮੇਰ ਤੇਰ ਆਦਿਕ ਨਹੀਂ, ਨਿਆਰੀ ਵੱਖਰੀ ਹੈ। ਆਵੇ ਨਾ ਜਾਹੇ ਨਾ ਕਬਹੂ ਮਰਤੇ। ਗੁਰੂ ਦੀ ਉਹਨਾਂ ਤੇ ਕਿਰਪਾ ਹੋ ਗਈ। ਪ੍ਰਮਾਤਮਾ ਵਿੱਚ ਇੱਕ ਮੇਕ
ਇਹ ਨਾ ਆਉਂਦੇ ਨਾ ਕਿਤੇ ਜਾਂਦੇ ਨਾ ਕਦੇ ਮਰਦੇ ਹੀ ਹਨ। ਪਾਰ ਬ੍ਰਹਮ ਸੰਗਾਰੀ ਰੇ। ਕਿਉਂਕਿ ਪਾਰ ਬ੍ਰਹਮ ਪਰਮਾਤਮਾ ਦੇ ਸੰਗੀ ਬਣ ਗਏ ਹਨ। ਪੁੱਤਰ ਕਲਤਰ ਲక్ష్ਮੀ ਮਾਇਆ। ਪੁੱਤਰ ਤੇ ਪੁੱਤਰ ਦੀ ਘਰ ਵਾਲੀ ਇਸਤਰੀ ਨੂੰ ਜਿਹਨੂੰ ਕਹੀਦਾ, ਲక్ష్ਮੀ ਆਪਣੀ ਘਰ ਵਾਲੀ ਤੇ ਮਾਇਆ। ਇਹ ਤਜੋ ਜੀ ਜਾਨੀ ਰੇ। ਇਹ ਭਾਈ ਆਪਣੇ ਹਿਰਦੇ ਵਿੱਚ ਜਾਣ ਕਰਕੇ ਤਿਆਗ ਦੇ, ਇਹਨਾਂ ਦੀ ਮੋਹ ਨੂੰ ਘਟਾ ਕੇ ਪ੍ਰਮਾਤਮਾ ਨਾਲ ਪਿਆਰ ਪਾ ਲੈ। ਕਹਿਤ ਕਬੀਰ ਸੁਨਹੁ ਰੇ ਸੰਤੋ। ਜਦੋਂ ਤੂੰ ਇਹ ਦੁਨੀਆ ਦੀ ਪਕੜ ਘਟਾ ਕੇ, ਦੁਨੀਆ ਦਾ ਮੋਹ ਜਿਹੜਾ ਹੈ ਤੋੜ ਕੇ ਪ੍ਰਮਾਤਮਾ ਦੇ ਨਾਲ ਜੋੜ ਲਵੇਂਗਾ, ਤਾਂ ਫਿਰ ਕਬੀਰ ਸਾਹਿਬ ਕਹਿੰਦੇ ਸੰਤ ਜਣੋ ਸੁਣੋ, ਮਿਲ ਹੈ ਨੀ ਰੇ। ਫਿਰ ਮਿਲ ਹੈ, ਮਿਲ ਪਵੇਗਾ। ਸਾਰੰਗ ਧਰ ਧਨੁਸ ਨੂੰ ਹੱਥ ਵਿੱਚ ਪਾਨੀ ਪਕੜਿਆ ਹੋਇਆ, ਜਿਸ ਨੇ ਹੱਥ ਵਿੱਚ ਐਸੇ ਪਾਰ ਬ੍ਰਹਮ ਪਰਮਾਤਮਾ ਨੂੰ ਮਿਲ ਪਵੇਗਾ। ਸਤਿਗੁਰੂ ਮਿਹਰਾਮਤ ਬਖਸ਼ਿਸ਼ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਕਿਸਾਨੀ ਸੰਘਰਸ਼ ਚੱਲ ਰਿਹਾ, ਗਰੀਬ ਨਿਵਾਜ ਪਾਤਸ਼ਾਹ ਉਹਨਾਂ ਕਿਸਾਨਾਂ ਨੂੰ ਕਾਮਯਾਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨ ਜਥੇਬੰਦੀਆਂ ਦੇ ਨਾਲ ਹੋ ਕਰਕੇ ਦਿਨ ਰਾਤ ਲੰਗਰ ਹੋਰ ਸੇਵਾਵਾਂ ਲੋੜੀ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੇ ਨਾਲ ਹਨ। ਸਤਿਗੁਰੂ ਕਿਰਪਾ ਕਰਨ, ਕਾਮਯਾਬੀ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਣ ਜੀ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸੰਗਤਾਂ ਦਾ ਜੀ ਪਿਆਰ ਦਾ ਸਬੂਤ ਦਿਓ ਤੇ ਦੋ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਈਏ। ਪੁੱਤਰ ਕਲਤਰ ਲక్ష్ਮੀ ਮਾਇਆ। ਇਹ ਤਜੋ ਜੀ ਜਾਨੀ ਰੇ। ਕਹਿਤ ਕਬੀਰ ਸੁਨਹੁ ਰੇ ਸੰਤੋ। ਮਿਲ ਹੈ ਸਾਰਿਗ ਪਾਨੀ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।